लॉकडाउन दरमियान बेशक मुल्क बंद है पर मोदी सरकार जम्मू कश्मीर विच अंदर खाते अपने एजेंडे ਨੂੰ ਲਾਗੂ ਕਰਨ ਵਿੱਚ ਉਸੇ ਸ਼ਿੱਦਤ ਨਾਲ ਲੱਗੀ ਹੈ ਅਤੇ ਇਹਨਾਂ ਹਾਲਾਤਾਂ ਦਾ ਫਾਇਦਾ ਚੁੱਕਦਿਆਂ ਤੇਜ਼ੀ ਨਾਲ ਇਸ ਏਜੰਡੇ ਨੂੰ ਜਾਰੀ ਕਰਨ ਦੇ ਕਦਮ ਪੁੱਟੇ ਜਾਣ ਲੱਗੇ ਹਨ। ਇਸੇ ਤਹਿਤ ਲੰਘੀ 20 ਅਪ੍ਰੈਲ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਰਾਹੀਂ ਪਹਾੜੀ ਬੋਲਣ ਵਾਲਿਆਂ ਲਈ ਵਿਸ਼ੇਸ਼ ਰਿਜ਼ਰਵੇਸ਼ਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਸ ਤੋਂ ਕਸ਼ਮੀਰੀ ਸਿੱਖਾਂ ਨੂੰ ਬਾਹਰ ਰੱਖਿਆ ਗਿਆ। ਇਹ ਰਿਜ਼ਰਵੇਸ਼ਨ ਪਹਾੜੀ ਬੋਲਣ ਵਾਲਿਆਂ ਦੀ ਪ੍ਰੋਫੈਸ਼ਨਲ ਕਾਲਜ ਵਿੱਚ ਦਾਖਲੇ ਅਤੇ ਨੌਕਰੀਆਂ 'ਚ ਦਿੱਤੀ ਗਈ ਹੈ ਜਿਸ ਤੇ ਸਿੱਖ ਭਾਈਚਾਰੇ ਨੂੰ खुद ਨੂੰ ਅੱਖੋਂ ਪਰੋਖੇ ਕੀਤੇ ਜਾਣ ਤੇ ਸਵਾਲ ਉੱਠਣ ਲੱਗੇ ਹਨ। ਕਸ਼ਮੀਰ ਦੇ ਮੂਲ ਨਿਵਾਸੀ ਸਿੱਖ ਪਹਾੜੀ ਸਪੀਕਿੰਗ ਪੀਪਲ ਦੇ ਨਾਮ ਤੇ ਬਣਾਈ ਇਸ ਕੈਟਾਗਰੀ ਵਿੱਚੋਂ ਖੁਦ ਨੂੰ ਬਾਹਰ ਰੱਖਣ ਦੇ ਫੈਸਲੇ ਤੋਂ ਬਾਅਦ ਆਹਤ ਹਨ। ਪਹਾੜੀ ਬੋਲਣ ਵਾਲੇ ਲੋਕਾਂ ਦੀ ਇਸ ਕੈਟਾਗਰੀ ਤੋਂ ਮਤਲਬ ਹੈ ਕਿ ਉਹ ਸ਼ਖਸ ਜੋ ਪਹਾੜੀ ਭਾਈਚਾਰੇ ਨਾਲ ਸੰਬੰਧਿਤ ਹੈ, ਉਹਨਾਂ ਦੀ ਆਪਣੀ ਬੋਲੀ ਆਪਣਾ ਸੱਭਿਆਚਾਰ ਹੈ। ਸਰਕਾਰ ਤੋਂ ਜਵਾਬ ਮੰਗਦਿਆਂ ਕਸ਼ਮੀਰੀ ਸਿੱਖ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਜੋ ਪਹਾੜੀ ਬੋਲਦੇ ਹਨ, ਪਹਾੜੀ ਉਹਨਾਂ ਦੀ ਮਾਂ ਬੋਲੀ ਹੈ, ਉਹ ਹਮੇਸ਼ਾ ਪਹਾੜੀ ਬੋਲੀ ਵਿੱਚ ਆਪਸ ਗੱਲ ਕਰਦੇ ਹਨ ਪਰ ਲਿਖਣ ਲਈ ਗੁਰਮੁਖੀ ਵਰਤਦੇ ਹਨ। ਪਹਿਲੀ ਗੱਲ ਹੈ ਕਿ ਸਿੱਖਾਂ ਨੂੰ ਇਹਦੇ ਨਾਲ ਕੋਈ ਫੇਅਰ ਨਹੀਂ ਹੈ, ਇਹਦੀ ਮਿਸ ਰਿਪਰੈਜ਼ੈਂਟੇਸ਼ਨ ਹੈ। ਦੇਖੋ, ਜੇ ਤੁਸੀਂ ਐਜ਼ ਅ ਪੱਤਰਕਾਰ ਉਹ ਆਰਟੀਕਲ ਜਿਹੜਾ ਨੋਟੀਫਿਕੇਸ਼ਨ ਜਿਹੜੀ ਆਈ ਹੈ, ਜੇ ਤੁਸੀਂ ਪੜ੍ਹੀ ਹੋਣੀ ਹੈ, ਸਾਨੂੰ ਦਿੱਤੀ ਗਈ ਹੈ ਰਿਜ਼ਰਵੇਸ਼ਨ ਜਿਹੜੀ ਦਿੱਤੀ ਗਈ ਹੈ। ਜਿਹੜਾ ਪਹਿਲੀ ਨੰਬਰ ਗੱਲ ਹੈ ਕਿ ਜਿਹੜੀ ਰਿਜ਼ਰਵੇਸ਼ਨ ਜਿਹੜੀ ਸਰਕਾਰ ਨੇ ਦਿੱਤੀ ਹੈ ਦੈਟ ਇਜ਼ ਔਨ ਦਾ ਬੇਸਿਸ ਆਫ ਪਹਾੜੀ ਸਪੀਕਿੰਗ ਪੀਪਲ। ਉਹਦੇ ਬਾਅਦ ਕੀ ਹੈ ਕਿ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਬ ਕਲੌਜ਼ਸ ਨੇ, ਸਬ ਕਲੌਜ਼ਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜੀ ਜਿਹੜਾ ਸ਼ਖਸ ਇੱਕ ਪਹਾੜੀ ਟ੍ਰਾਈਬ ਤੋਂ, ਪਹਾੜੀ ਕਮਿਊਨਿਟੀ ਤੋਂ, ਪਹਾੜੀ ਕਲਾਨ ਤੋਂ ਬਿਲੋਂਗ ਕਰਦਾ ਹੋਏਗਾ ਤੇ ਜਿਹਦੀ ਲਿੰਗੁਇਸਟਿਕ ਆਈਡੈਂਟੀਟੀ ਜਿਹੜੀ ਪਹਾੜੀ ਹੋਏਗੀ, ਅਸੀਂ ਉਹਨਾਂ ਨੂੰ ਇਹ ਦੇਵਾਂਗੇ, ਇਹ ਰਿਜ਼ਰਵੇਸ਼ਨ ਦੇ ਵਿੱਚ ਲਵਾਂਗੇ। ਤੇ ਨੰਬਰ 2 ਕਲੌਜ਼ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਪਹਾੜੀ ਸਪੀਕਿੰਗ ਹੋਏਗਾ ਅਸੀਂ ਉਹਨਾਂ ਨੂੰ ਇਹ ਦੇਵਾਂਗੇ। ਦੈਟ ਮੀਨਸ ਜਿਹੜੀ ਫਸਟ ਪੈਰਾ ਸਬ ਕਲੌਜ਼ ਹੈ ਦੈਟ ਇਜ਼ ਅ ਵੇਗ ਟਰਮੀਨੋਲੋਜੀ ਬਿਕੋਜ਼ ਜਿਹੜੀ ਸਾਨੂੰ ਇਹ ਦਿੱਤੀ ਗਈ ਹੈ, ਜਿਹੜੀ ਗਵਰਨਮੈਂਟ ਨੇ ਲੋਕਾਂ ਨੂੰ ਦਿੱਤੀ ਹੈ, ਮਤਲਬ ਫਿਲਹਾਲ ਗਵਰਨਮੈਂਟ ਨੇ ਕਿਹਾ ਕਿ ਪਹਾੜੀ ਬੋਲਣ ਵਾਲਿਆਂ ਨੂੰ ਅਸੀਂ 4% ਰਿਜ਼ਰਵੇਸ਼ਨ ਦੇਵਾਂਗੇ। ਤੇ ਜਿਹੜਾ ਮੈਂ ਸਵਾਲ ਕੀਤਾ ਹੈ ਤੇ ਜਿਹੜਾ ਬਹੁਪੱਖੀ ਕਸ਼ਮੀਰ ਮਤਲਬ ਜਿਹੜੇ ਵੀ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਜਿਹੜੇ ਪਹਾੜੀ ਬੋਲਦੇ ਨੇ ਉਹਨਾਂ ਦਾ ਇਹ ਸਵਾਲ ਹੈ ਕਿ ਇਸ ਜਿਹੜੀ ਤੁਸੀਂ ਜਿਹੜੀ ਰਿਜ਼ਰਵੇਸ਼ਨ ਦੇ ਰਹੇ ਹੋ ਕਿ ਸਾਨੂੰ ਵੀ ਤੁਸੀਂ ਇਸ 'ਚ ਲੈ ਰਹੇ ਹੋ ਕਿ ਨਹੀਂ ਲੈ ਰਹੇ ਹੋ। ਮੈਂ ਇਸੇ ਸੰਬੰਧ ਦੇ ਵਿੱਚ ਜਿਹੜਾ ਡਾਇਰੈਕਟਰ ਸੋਸ਼ਲ ਵੈਲਫੇਅਰ ਹੈ ਉਹਦੇ ਨਾਲ ਕਮਿਊਨੀਕੇਟ ਕੀਤਾ, ਉਹਨੂੰ ਚਿੱਠੀ ਭੇਜੀ, ਨਾਲ ਫੋਨ ਤੇ ਟੈਲੀਫੋਨਿਕ ਕਨਵਰਸੇਸ਼ਨ ਕੀਤੀ ਕਿ ਸਾਨੂੰ ਦੱਸਿਆ ਜਾਵੇ ਕਿ ਅਸੀਂ ਇਸ ਦੇ ਹਿੱਸੇ ਹਾਂ ਜਾਂ ਨਹੀਂ ਹਾਂ। ਕਿਉਂਕਿ ਜਿਹੜਾ ਪਹਾੜੀ ਬੋਰਡ ਹੈ, ਪਹਾੜੀ ਬੋਰਡ ਦੇ ਵਿੱਚ ਜਿਹੜੇ ਸਾਡੇ ਕਸ਼ਮੀਰ ਜਿਹੜੇ ਬੱਚੇ ਨੇ, ਸਿੱਖ ਬੱਚੇ ਨੇ, ਉਹਨਾਂ ਨੂੰ ਪਹਾੜੀ ਬੋਲਣ ਕਰਕੇ ਉਹਨਾਂ ਨੂੰ ਸਕਾਲਰਸ਼ਿਪ ਮਿਲਦੀ ਹੈ। ਸੋ ਸਾਡਾ ਸਰਕਾਰ ਅੱਗੇ ਸਵਾਲ ਹੈ ਕਿ ਅਸੀਂ ਇਹਦਾ ਹਿੱਸਾ ਹਾਂ ਜਾਂ ਨਹੀਂ ਹਾਂ। ਪਹਿਲੀ ਨੰਬਰ ਗੱਲ ਭਾਜੀ ਇਹ ਹੈ, ਇਹੀ ਹੈ ਨਾ, ਇਹੀ ਤਾਂ ਸਾਰੀ ਪ੍ਰੋਬਲਮ ਹੈ ਕਿ ਜਿਹੜੀ ਮੈਂ ਤਾਂ 1 ਮਿੰਟ ਕਿ ਇਹ ਜਿਹੜੀ ਬਿੱਲ ਹੈ ਭਾਜੀ ਇਹ ਆ ਰਹੀ ਹੈ 20 ਤਰੀਕ ਨੂੰ ਆ ਰਹੀ ਹੈ। ਇਹ ਬਿੱਲ ਜੋ ਆਪਣੇ ਆਪ 'ਚ ਕਹਿ ਰਿਹਾ ਹੈ ਉਹ ਇੰਜ ਕਹਿ ਰਿਹਾ ਹੈ, ਇਹਨਾਂ ਨੇ ਨਾਲ ਲਿਖਿਆ ਹੋਇਆ ਪਹਾੜੀ ਸਪੀਕਿੰਗ ਪੀਪਲ। ਹੁਣ ਇਹ ਕਿਹਨੂੰ ਦਿੱਤੀ ਜਾਏਗੀ ਉਹਦੇ ਵਿੱਚ ਡਿਫਾਈਨ ਕਰ ਰਹੇ ਨੇ ਕਿ ਇਹਨੂੰ ਕਿਹਨੂੰ ਦਿੱਤਾ ਜਾਏਗਾ। ਇਹਨੂੰ ਦੇਣ ਵਾਲੀ ਜਿਹੜੀ ਅਥਾਰਟੀ ਉਹ ਤਹਿਸੀਲਦਾਰ ਹੈ ਜੀ, ਤਹਿਸੀਲਦਾਰ ਸਰਟੀਫਾਈ ਕਰੇਗਾ। ਹੁਣ ਇਹਦਾ ਪਹਿਲਾ ਕਲੌਜ਼ ਹੈ, ਇਹ ਪਰਸਨ ਕਲੇਮਿੰਗ ਦਾ ਬੈਨੀਫਿਟ ਅੰਡਰ ਦਾ ਪਹਾੜੀ ਸਪੀਕਿੰਗ ਕੈਟਾਗਰੀ ਬੀ ਅ ਮੈਂਬਰ ਆਫ ਪਹਾੜੀ ਕਲਾਈਨ community or tribe having a distinct culture, ethnic and linguistic identity। clause number 1 ਕਿ ਉਹ ਬੰਦਾ ਜਿਹੜਾ ਪਹਾੜੀ ਕੈਟਾਗਰੀ ਨੂੰ ਬਿਲੋਂਗ ਕਰਦਾ ਹੋਏਗਾ, ਪਹਾੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਏਗਾ, ਪਹਾੜੀ ਕਲਾਨ ਨੂੰ ਬਿਲੋਂਗ ਕਰਦਾ, ਪਹਾੜੀ ਟ੍ਰਾਈਬ ਨੂੰ ਬਿਲੋਂਗ ਕਰਦਾ ਹੈਗਾ, ਅਸੀਂ ਉਹਨੂੰ ਦੇਵਾਂਗੇ। ਸ਼ਰਤ ਦੂਜੀ ਕੀ ਹੈ, ਉਹ ਬੰਦਾ ਪਹਾੜੀ ਬੋਲਣ ਵਾਲਾ ਹੋਵੇ, ਉਹਦੀ ਮਾਂ ਬੋਲੀ ਜਿਹੜੀ ਹੈ ਪਹਾੜੀ ਹੋਵੇ। ਹੁਣ ਸਾਡਾ ਸਵਾਲ, ਮੇਰਾ ਸਵਾਲ ਅੱਗੇ ਜਾਂ ਸਿੱਖ ਕੌਮ ਦਾ, ਸਿੱਖਾਂ ਦਾ ਸਵਾਲ ਅੱਗੇ ਇਹ ਹੈ ਕਿ ਜਿਹੜੇ ਤੁਸੀਂ ਪਹਿਲਾਂ ਦਾ ਕਲੌਜ਼ ਨੰਬਰ 1 ਨੂੰ ਡਿਫਾਈਨ ਕਰੋ ਕਿ ਬਿਕੋਜ਼ ਇਟਸ ਅ ਟੋਟਲੀ ਵੇਗ ਕਿ ਇਟਸ ਐਨ ਅਦਰਵਾਈਜ਼ ਟੂ ਕਨਸਟੀਟਿਊਸ਼ਨ। ਇਹਨੂੰ ਡਿਫਾਈਨ ਕਰੋ ਕਿ ਇਹ ਤੁਸੀਂ ਸਰਕਾਰ ਕੀ ਕਹਿਣਾ ਚਾਹੁੰਦੀ ਹੈ, ਸਰਕਾਰ ਇਸ ਤੋਂ ਕਹਿਣਾ ਕੀ ਚਾਹੁੰਦੀ ਹੈ। ਕਿਉਂਕਿ ਉਹ ਉੱਪਰ ਕਹਿ ਰਹੇ ਨੇ ਕਿ ਅਸੀਂ ਇਹ ਪਹਾੜੀ ਬੋਲਣ ਵਾਲਿਆਂ ਨੂੰ ਦੇਵਾਂਗੇ। ਉਹ ਇਹ ਪੁੱਛਿਆ ਕਿ ਸਰਕਾਰ ਹੀ ਡਿਫਾਈਨ ਕਰੇ ਕਿ ਇਹਦੇ ਉਹ ਕਹਿਣਾ ਕੀ ਚਾਹੁੰਦੀ ਹੈ। ਇਹਦੇ ਵਿੱਚ ਅੱਗੇ ਵਿਊ ਪੁਆਇੰਟ ਇਹ ਹੈ ਕਿ ਦੇਖੋ ਜੀ, ਸਾਡਾ ਮੰਨਣਾ ਇਹ ਹੈ ਕਿ ਲਿੰਗੁਇਸਟਿਕਲੀ ਜਿਹੜੀ ਪਹਾੜੀ ਹੈ ਇਹ ਆਪਣੇ ਆਪ 'ਚ ਕੋਈ ਆਜ਼ਾਦ ਬੋਲੀ ਨਹੀਂ ਹੈ, ਇਹ ਪੰਜਾਬੀ ਦਾ ਹੀ ਇੱਕ ਸਬ ਡਾਇਲੈਕਟ ਹੈ। ਪਹਿਲੀ ਗੱਲ ਇਹ ਸਮਝਣ ਵਾਲੀ ਹੈ, ਜਿਵੇਂ ਪੋਠਵਾਰੀ ਹੈ, ਜਿਵੇਂ ਮਾਝੀ ਹੈ, ਮਾਲਵਈ ਹੈ, ਦੁਆਬੀ ਹੈ, ਐਵੇਂ ਹੀ ਜਿਹੜੀ ਪਹਾੜੀ ਹੈ ਆਪਣੇ ਆਪ ਦੇ ਵਿੱਚ ਇਹਦੀ ਪੰਜਾਬੀ ਦੀ ਇੱਕ ਉਪਬੋਲੀ ਹੈ, ਸਬ ਡਾਇਲੈਕਟ ਹੈ। ਤੇ ਇਹ ਜਿਹੜੀ ਕਸ਼ਮੀਰੀ ਮਤਲਬ ਜਿਹੜੇ ਜੰਮੂ ਕਸ਼ਮੀਰ 'ਚ ਸਿੱਖ ਨੇ ਜਿਹੜੇ ਪਹਾੜੀ ਜਿਹਨੂੰ ਕੁਛ ਲਿਖਦੇ ਨੇ, ਉਹ ਇਹਦੇ ਲਈ ਜਿਹੜੀ ਭਾਸ਼ਾ ਦਾ ਜਿਹੜੀ ਸਕ੍ਰਿਪਟ ਦਾ ਇਸਤੇਮਾਲ ਕਰਦੇ ਨੇ ਉਹ ਹੈ ਗੁਰਮੁਖੀ, ਤੇ ਜਿਹੜੇ ਮੁਸਲਮਾਨ ਨੇ ਉਹ ਇਸਤੇਮਾਲ ਕਰਦੇ ਨੇ ਸ਼ਾਹਮੁਖੀ ਦਾ। ਇਸ ਕਰਕੇ ਜਿਹੜੀ ਸਾਡੀ ਸਕ੍ਰਿਪਟ ਹੈ ਇਹ ਲਿਖਣ ਲਈ ਉਹ ਹੈ ਗੁਰਮੁਖੀ।
ਤੇ ਪਹਾੜੀ ਆਪਣੇ ਆਪ ਦੇ ਵਿੱਚ ਕੋਈ ਆਜ਼ਾਦ ਭਾਸ਼ਾ ਨਹੀਂ ਹੈ, ਇੱਕ ਸਬ ਡਾਇਲੈਕਟ ਹੈ ਪੰਜਾਬੀ ਦਾ। ਤੇ ਜੇ ਅਸੀਂ ਲੋਕ ਜਿਹੜੇ ਕਸ਼ਮੀਰੀ ਸਿੱਖ ਨੇ, ਜਿਹੜੇ ਮਤਲਬ ਜੰਮੂ ਕਸ਼ਮੀਰ ਦੇ ਸਿੱਖ ਜਿਹੜੇ ਪਹਾੜੀ ਬੋਲਦੇ ਨੇ, ਉਹਨਾਂ ਨੂੰ ਜੇ ਪਹਾੜੀ ਬੇਸਿਸ ਤੇ ਜ਼ੁਬਾਨ ਤੇ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਵੀ ਇਹ ਜ਼ੁਬਾਨ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਵੀ ਮਿਲੇਗੀ। ਤੇ ਸਾਡਾ ਸਰਕਾਰ ਅੱਗੇ ਸਵਾਲ ਹੈ ਕਿ ਸਾਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਨੰਬਰ 2 ਜਿਹੜਾ ਕਲੌਜ਼ ਨੰਬਰ 1 ਹੈ ਐਥਨਿਕ, ਕਲਾਨ, ਟਰਾਈਬ, ਕਮਿਊਨਿਟੀ, ਸਰਕਾਰ ਕਿਰਪਾ ਉਹਨੂੰ ਡਿਫਾਈਨ ਕਰੇ। ਪੈਨ ਐਪੀਡੈਮਿਕ ਦੇ ਵਿੱਚ ਜਿਹੜੇ ਸਿੱਖ ਨੇ ਵਰਲਡ ਵਾਈਡ ਗਵਰਨਮੈਂਟਸ ਨਾਲ ਸਹਿਯੋਗ ਕਰ ਰਹੇ ਨੇ। ਜੰਮੂ ਕਸ਼ਮੀਰ ਦੇ ਵਿੱਚ ਵੀ ਜਿੰਨੀ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਨੇ, ਬੋਡੀਜ਼ ਨੇ, ਉਹ ਲਗਭਗ ਔਨ ਗਰਾਊਂਡ ਗਵਰਨਮੈਂਟ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ। ਦੇ ਆਰ ਡਿਸਟਰੀਬਿਊਟਿੰਗ ਐਵਰੀ ਕਾਈਂਡ, ਸੈਨੀਟਾਈਜ਼ਰ ਤੋਂ ਲੈ ਕੇ ਤੁਹਾਡੇ ਫੂਡ ਤੱਕ ਲੋੜਵੰਦਾਂ ਨੂੰ ਪਹੁੰਚਾ ਰਹੇ ਨੇ। ਸਿੱਖ ਆਰ ਪਲੇਇੰਗ ਦਾ ਵੈਰੀ ਗੁੱਡ ਰੋਲ, they are contributing and they will always stand with the Indian government where it is needed। ਕਿੱਥੇ ਵੀ ਵਰਲਡ ਦੇ ਵਿੱਚ ਜੇ ਸਿੱਖਾਂ ਨੇ ਬਾਂਹ ਫੜੀ ਆ, ਮਤਲਬ ਜਿਹੜੇ ਵੀ ਲੋੜਵੰਦ ਨੇ, ਤੇ ਜੰਮੂ ਕਸ਼ਮੀਰ ਦੇ ਵਿੱਚ ਉਹ ਬਾਂਹ ਫੜ ਰਹੇ ਨੇ। ਜਿਹੜੀ ਪਰੇਸ਼ਾਨੀਆਂ ਨੇ ਬਾਕੀਆਂ ਨੂੰ ਜਿਹੜੀਆਂ ਆ ਰਹੀਆਂ ਨੇ, ਉਹਨਾਂ ਨੂੰ ਵੀ ਉਹੀ ਆ ਰਹੀਆਂ ਨੇ। ਪਰ ਸਰਕਾਰੀ ਪੈਮਾਨੇ ਵਿੱਚ ਪਹਾੜੀ ਬੋਲੀ ਜਾਣਾ ਹੀ ਪੈਮਾਨਾ ਹੈ। ਸਟੇਟ ਐਡਵਾਈਜ਼ਰੀ ਬੋਰਡ ਆਫ ਡਿਵੈਲਪਮੈਂਟ ਆਫ ਪਹਾੜੀ ਸਪੀਕਿੰਗ ਪੀਪਲ ਇਨ ਜੰਮੂ ਕਸ਼ਮੀਰ 2010 ਦਾ ਹਵਾਲਾ ਦਿੰਦਿਆਂ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ 2010 ਤੋਂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਅਤੇ ਪੁੰਛ ਵਿੱਚ ਸਿੱਖ ਭਾਈਚਾਰੇ ਨੂੰ ਪਹਾੜੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ। ਕਸ਼ਮੀਰੀ ਸਿੱਖ ਅਧਿਆਪਕ ਅਤੇ ਸਮਾਜ ਸੇਵੀ ਸੁਖਬੀਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਤਾਜ਼ਾ ਨੋਟੀਫਿਕੇਸ਼ਨ ਉਲਝਣ ਪੈਦਾ ਕਰਨ ਵਾਲਾ ਹੈ। ਇਹ ਫੈਸਲਾ ਕਿਸ ਆਧਾਰ ਤੇ ਲਿਆ ਗਿਆ ਹੈ, ਜਦ ਕਿ ਇਸ 'ਚ ਦਰਜ ਹੈ ਕਿ ਪਹਾੜੀ ਬੋਲਣ ਵਾਲੇ ਸਾਰੇ ਇਸ ਦੇ ਦਾਇਰੇ ਵਿੱਚ ਆਉਣਗੇ। ਸਰਕਾਰ ਨੂੰ ਪਹਿਲਾਂ ਇਸ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਮੈਂ ਇੱਕ ਲੈਟਰ ਇਸ ਬਾਰੇ ਸੋਸ਼ਲ ਵੈਲਫੇਅਰ ਪ੍ਰਿੰਸੀਪਲ ਸਕੱਤਰ ਨੂੰ ਲਿਖਿਆ ਹੈ ਕਿ ਸਿੱਖ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ ਦੱਸਿਆ ਜਾਵੇ। ਸੁਖਬੀਰ ਸਿੰਘ ਖਾਲਸਾ ਮੁਤਾਬਕ ਜੰਮੂ ਕਸ਼ਮੀਰ ਵਿੱਚ ਸਿੱਖ ਭਾਈਚਾਰਾ ਪਹਾੜੀ ਭਾਈਚਾਰੇ ਦਾ ਹੀ ਅਭਿੰਨ ਹਿੱਸਾ ਹੈ। ਪਹਾੜੀ ਉਹਨਾਂ ਦੀ ਮਾਂ ਬੋਲੀ ਹੈ ਅਤੇ ਉਹ ਗੁਰਮੁਖੀ ਵਿੱਚ ਲਿਖਦੇ ਹਨ। ਅਸਲ ਵਿੱਚ ਪਹਾੜੀ ਪੰਜਾਬੀ ਦੀ ਹੀ ਇੱਕ ਉਪ ਬੋਲੀ ਹੈ। ਸੋ ਸਿੱਖ ਭਾਈਚਾਰਾ ਮਰਦਮਸ਼ੁਮਾਰੀ ਵੇਲੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਂਦਾ ਹੈ। ਪਹਾੜੀ ਆਪਣੇ ਆਪ ਵਿੱਚ ਭਾਸ਼ਾ ਨਹੀਂ, ਬਲਕਿ ਮਾਝੀ ਮਲਵਈ ਵਾਂਗ ਪੰਜਾਬੀ ਭਾਸ਼ਾ ਦਾ ਹੀ ਇੱਕ ਉਪ ਬੋਲੀ ਹੈ। ਸੋ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਸਿੱਖ ਆਪਣੀ ਮਾਂ ਬੋਲੀ ਪੰਜਾਬੀ ਕਿਉਂ ਲਿਖਵਾਉਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਪਹਾੜੀ ਪੰਜਾਬੀ ਦੀ ਹੀ ਉਪ ਬੋਲੀ ਹੈ। ਪਹਾੜੀ ਬੋਲੀ ਮੁਸਲਿਮ, ਸਿੱਖ, ਹਿੰਦੂ ਅਤੇ ਈਸਾਈ ਜੋ ਜੰਮੂ ਕਸ਼ਮੀਰ ਵਿੱਚ ਰਹਿੰਦੇ ਹਨ ਬੋਲਦੇ ਹਨ। ਸੋ ਅਸੀਂ ਐਲਜੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਪਹਾੜੀ ਜ਼ੁਬਾਨ ਬੋਲਦੇ ਸਾਰੇ ਲੋਕ ਇਸ ਵਿੱਚ ਸ਼ਾਮਲ ਕਰਨ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਪਹਾੜੀ ਭਾਸ਼ਾ ਦੀ ਆਪਣੀ ਕੋਈ ਲਿਪੀ ਨਹੀਂ, ਜਿਵੇਂ ਪੰਜਾਬੀ ਦੀ ਗੁਰਮੁਖੀ ਅਤੇ ਹਿੰਦੀ ਦੀ ਦੇਵਨਾਗਰੀ ਹੈ। ਇੱਕ ਹੋਰ ਕਸ਼ਮੀਰ ਵਾਸੀ ਸਿੱਖ ਅੰਗਦ ਸਿੰਘ ਦਾ ਕਹਿਣਾ ਹੈ ਕਿ ਕਸ਼ਮੀਰੀ ਸਿੱਖ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਰਾਖਵਾਂਕਰ ਨੀਤੀ ਵਿੱਚ ਪੱਖਪਾਤ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਸ਼ਮੀਰੀ ਸਿੱਖ ਸਰਕਾਰਾਂ ਦੇ ਹਰ ਗਲਤ ਫੈਸਲੇ ਦੇ ਖਿਲਾਫ ਖੜੇ ਹੋਏ ਹਾਂ। ਸੋ ਹੁਣ ਜੋ ਲੋਕ ਸੱਤਾ ਵਿੱਚ ਹਨ ਸਾਡੇ ਤੋਂ ਇਸੇ ਗੱਲ ਦਾ ਬਦਲਾ ਲੈ ਰਹੇ ਹਨ। ਉੱਤਰੀ ਕਸ਼ਮੀਰ ਦੀ ਇੱਕ ਸਿੱਖ ਐਕਟਿਵਿਸਟ ਗੀਤ ਕੌਰ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਕਰੀਬ ਤਮਾਮ ਸਿੱਖ ਪਹਾੜੀ ਬੋਲਦੇ ਹਨ, ਗੁਰਮੁਖੀ 'ਚ ਲਿਖਦੇ ਹਨ। ਉਹ ਪਹਾੜੀ ਉਹਨਾਂ ਦੀ ਮਾਂ ਬੋਲੀ ਹੈ। ਪਰ ਸਰਕਾਰ ਵੱਲੋਂ ਸਿੱਖ ਜੋ ਕਿ ਇੱਥੇ ਬੇਹੱਦ ਮਹੀਨ ਘੱਟ ਗਿਣਤੀ ਹਨ, ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਇਸ ਤਰ੍ਹਾਂ ਅੱਖੋਂ ਪਰੋਖੇ ਕਰ ਦੇਣਾ ਕਿਸੇ ਵੀ ਪੱਖੋਂ ਤਰਕ ਸੰਗਤ ਨਹੀਂ ਹੈ। ਸੋ ਦੱਸਿਆ ਕਿ ਅਸੀਂ ਪਿਛਲੇ 15 ਸਾਲ ਤੋਂ ਇਹ ਕਹਿ ਰਹੇ ਹਾਂ ਕਿ ਬਈ ਸਾਨੂੰ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ ਐਕਟ ਜੋ ਹੈ, ਜਿਹੜਾ ਪੂਰੇ ਹਿੰਦੁਸਤਾਨ ਵਿੱਚ ਲਾਗੂ ਹੈ, ਉਹਨੂੰ ਜੰਮੂ ਕਸ਼ਮੀਰ ਵਿੱਚ ਲਾਗੂ ਕੀਤਾ ਜਾਏ। ਅਸੀਂ ਸਭ ਤੋਂ ਪਹਿਲਾਂ ਜਿਸਲੇ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਸਨ, ਉਹਨਾਂ ਨਾਲ ਵੀ ਅਸੀਂ ਮਿਲੇ ਸਾਂ। ਉਸ ਤੋਂ ਬਾਅਦ ਫਿਰ ਉਮਰ ਅਬਦੁੱਲਾ ਚੀਫ ਮਿਨਿਸਟਰ ਆਏ, ਉਹਨਾਂ ਨਾਲ ਵੀ ਮਿਲੇ ਸਾਂ। ਗੁਲਾਮ ਨਬੀ ਆਜ਼ਾਦ ਆਏ, ਉਹਨਾਂ ਨਾਲ ਵੀ ਮਿਲੇ ਸਾਂ, ਤੇ ਮੁਫਤੀ ਸਈਦ ਨਾਲ ਵੀ ਮਿਲੇ ਸਾਂ। ਪਰ ਕਿਸੇ ਨੇ ਵੀ ਇਸ ਨੂੰ JNK ਸਟੇਟ ਵਿੱਚ ਲਾਗੂ ਨਹੀਂ ਕੀਤਾ। ਫਿਰ ਅਸੀਂ ਉਸ ਵਕਤ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ 2013 ਵਿੱਚ ਉਹ ਕਸ਼ਮੀਰ ਆਏ ਸੀ ਤੇ ਅਸੀਂ ਉਹਨਾਂ ਨੂੰ ਵੀ ਮਿਲੇ ਸਾਂ। ਉਹਨਾਂ ਵੀ ਐਸ਼ੋਰੈਂਸ ਦਿੱਤੀ ਸੀ, ਉਹਨਾਂ ਨੇ ਸਟੇਟ ਗਵਰਨਮੈਂਟ ਨਾਲ ਵੀ ਗੱਲ ਕੀਤੀ ਸੀ ਕਿ ਵੀ ਨੈਸ਼ਨਲ ਕਮਿਊਨਿਟੀ ਐਕਟ ਨੂੰ ਜੰਮੂ ਕਸ਼ਮੀਰ ਵਿੱਚ ਲਾਗੂ ਕੀਤਾ ਜਾਏ, ਪਰ ਉਹ ਉਹਨਾਂ ਨੇ ਲਾਗੂ ਨਹੀਂ ਕੀਤਾ। ਪਰ ਅਸੀਂ ਉਸ ਤੋਂ ਬਾਅਦ ਕਾਫੀ ਵਿਰੋਧ ਕੀਤਾ। ਜਿੰਨੀਆਂ ਡਿਸਟ੍ਰਿਕਟਸ ਕਸ਼ਮੀਰ ਦੀਆਂ ਸਾਂ ਉੱਥੇ ਬੜੇ ਧਰਨੇ ਹੋਰ ਬੜੇ ਪ੍ਰੋਪਗੇਟ ਕੀਤਾ ਕਿ ਬਈ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਫਿਰ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਵਜਾਦ ਹਬੀਬੁੱਲਾ ਨੂੰ ਭੇਜਿਆ ਸੀ। ਉਹ ਉਸ ਵਕਤ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਸੀਗੇ। ਉਹ ਆ ਕੇ ਉਸ ਵਕਤ ਉਮਰ ਅਬਦੁੱਲਾ ਤੇ ਹੋਰ ਬਾਕੀ ਨਾਲ ਵੀ ਮਿਲੇ ਸਨ ਤੇ ਉਹਨਾਂ ਮੇਰੇ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਕਹਿਣ ਬੜਾ ਪ੍ਰੈਸ਼ਰ ਕਰ ਰਿਹਾ, ਲੇਕਿਨ ਇਹ ਕਹਿੰਦੇ ਪਏ ਕਿ ਆਰਟੀਕਲ 370 ਕਰਕੇ ਅਸੀਂ ਜੰਮੂ ਕਸ਼ਮੀਰ ਵਿੱਚ ਉਸਨੂੰ ਲਾਗੂ ਨਹੀਂ ਕਰ ਸਕਦੇ। ਪਰ ਮੇਰਾ ਸਵਾਲ ਉਸ ਲਈ ਇਹ ਸੀ ਕਿ ਇਹ ਜਿਹੜਾ ਮਤਲਬ ਮਾਈਨੋਰਿਟੀ ਕਮਿਸ਼ਨ ਹੈ, ਇਹਦਾ ਸਟੇਟ ਐਕਸਚੇਕਰ ਦੇ ਉੱਪਰ ਕਿਸੇ ਕਿਸਮ ਦਾ ਵੀ ਕੋਈ ਬੋਝ ਨਹੀਂ ਪੈਂਦਾ।
ਕਿਉਂਕਿ ਜਿਹੜਾ ਮਾਈਨॉरिटी ਸਟੇਟਸ ਹੈ ਇਹਦੇ ਨਾਲ ਸੈਂਟਰਲ ਸਕੀਮ ਜਿਹੜੀਆਂ ਨੇ ਉਹ ਸਾਰੀਆਂ ਸੈਂਟਰਲੀ ਏਡਡ ਸਕੀਮਸ ਨੇ ਤੇ ਉਹ ਜਿਹੜੇ ਇੱਥੇ ਆਏਗਾ ਤਾਂ ਉਹ ਇੱਥੇ ਆਟੋਮੈਟਿਕਲੀ ਨਾਟ ਓਨਲੀ ਟੂ ਸਿੱਖ ਬਟ ਜਿਹੜੀਆਂ ਰਿਕੋਗਨਾਈਜ਼ ਮਾਈਨॉरिटीज़ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਸਿੱਖ ਵੀ ਹੈ, ਮੁਸਲਿਮ ਵੀ ਹੈ, ਕ੍ਰਿਸਚਨ ਵੀ ਹੈ, ਬੌਧ ਵੀ ਹੈ। ਪਰ ਇਹਨਾਂ ਲੋਕਾਂ ਨੇ ਉਸਨੂੰ ਨਹੀਂ ਦਿੱਤਾ। ਉਹਦੀ ਸਭ ਤੋਂ ਬੜੀ ਵਜ੍ਹਾ ਰਹੀ ਕਿ ਕਸ਼ਮੀਰੀ ਬ੍ਰਾਹਮਣ ਜਿਹੜਾ ਸੀ, ਕਸ਼ਮੀਰੀ ਪੰਡਿਤ, ਉਹ ਜਵਾਹਰ ਲਾਲ ਨਹਿਰੂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਉਹ ਪੂਰੇ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਇੱਕ ਬੜਾ ਇਨਫਲੂਐਂਸ ਰੱਖਦਾ ਹੈ। ਉਹਨਾਂ ਦੀ ਮਤਲਬ ਇਹ ਸੀ ਕਿ ਸਾਨੂੰ ਜਦ ਤੋਣੀ ਸਟੇਟ ਵਿੱਚ ਮਾਈਨॉरिटी ਵਿੱਚ ਐਂਟਰ ਨਾ ਕੀਤਾ ਜਾਏ ਤਦ ਤੋਣੀ ਇਸ ਨੂੰ ਲਾਗੂ ਨਾ ਕੀਤਾ ਜਾਏ। ਪਰ ਇਸ ਸਿਲਸਿਲੇ ਵਜ੍ਹਾ ਹਬੀਬੁੱਲਾ ਜਿਹੜੇ ਮਾਈਨॉरिटी ਕਮਿਸ਼ਨ ਦੇ ਚੇਅਰਮੈਨ ਸਨ, ਉਹਨਾਂ ਨੇ ਵੀ ਤੇ ਮੈਂ ਵੀ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ਪੰਡਿਤ ਜੋ ਹੈ ਉਹ ਹਿੰਦੂ ਹੈ and Hindu cannot be minority in India and they have not been declared. But ਜਦੋਂ ਡਿਕਲੇਅਰ ਨਹੀਂ ਹੈਗੇ ਉਹ ਆਪਣਾ ਜ਼ੋਰ ਜ਼ਬਰਦਸਤੀ ਕਰਕੇ ਆਪਣਾ ਇਸ ਨੂੰ ਇੱਥੇ ਲਾਗੂ ਕਰਨਾ ਚਾਹੁੰਦੇ ਸੀ, ਜਿਸ ਕਰਕੇ ਉਹਨਾਂ ਨੇ ਇੱਥੇ ਲਾਗੂ ਨਹੀਂ ਕਰਨ ਦਿੱਤਾ। ਜਿਸ ਦੀ ਮੈਨੂੰ ਸੈਕੰਡ ਕੀਤਾ ਸੀ ਉਮਰ ਅਬਦੁੱਲਾ ਨੇ, ਜਿਸਲੇ ਉਹਦੀ ਲਾਸਟ ਐਨੂਅਲ ਸੀ 2000 ਇਲੈਕਸ਼ਨ 14 ਤੋਂ ਪਹਿਲੇ ਹੀ ਲਾਸਟ ਉਸ ਮੀਟਿੰਗ ਦੇ ਵਿੱਚ ਮੈਨੂੰ ਸਾਰਿਆਂ ਸਾਹਮਣੇ ਸਗੋਂ ਉਹਨਾਂ ਦੇ ਇੱਕ ਓਬਰਾਏ ਸੀਗੇ, ਇੱਕ MLC ਨੈਸ਼ਨਲ ਕਾਨਫਰੰਸ ਦੇ, ਉਹ ਵੀ ਉਸ ਮੀਟਿੰਗ ਵੀ ਸਨ। ਉਹ ਕਹਿਣ ਲੱਗੇ ਮੈਂ ਤੇ ਇਹਨੂੰ ਲਾਗੂ ਕਰ ਦੇਣਾ ਸੀ ਪਰ ਮੈਨੂੰ ਪੰਡਿਤ ਕਸ਼ਮੀਰੀ ਪੰਡਿਤ ਦਾ ਬੜਾ ਪ੍ਰੈਸ਼ਰ ਹੈ ਦਿੱਲੀ ਤੋਂ ਕਿ ਸਰ ਸਾਨੂੰ ਵੀ ਇਸ ਵਿੱਚ ਸ਼ਮੂਲ ਕੀਤਾ ਜਾਏ ਤੇ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਸੋ ਇਸ ਕਰਕੇ ਸਾਨੂੰ ਉਹਨਾਂ ਨੇ ਇਗਨੋਰ ਕੀਤਾ। ਫਿਰ ਸਾਡੀਆਂ ਲਗਾਤਾਰ ਹੋਮ ਮਿਨਿਸਟਰ ਜਿਹੜੇ ਰਾਜਨਾਥ ਜੀ ਸਨ ਉਹਨਾਂ ਦੇ ਨਾਲ ਸਾਡੀਆਂ 4 ਮੀਟਿੰਗਸ ਕਸ਼ਮੀਰ ਵਿੱਚ ਹੋਈਆਂ। 5th ਮੀਟਿੰਗ ਵਿੱਚ ਉਹਨਾਂ ਨੇ ਸਾਨੂੰ ਦਿੱਲੀ ਬੁਲਾਇਆ ਡੈਲੀਗੇਸ਼ਨ। ਅਸੀਂ ਉਹਨਾਂ ਦੇ ਘਰ ਵਿੱਚ ਜਿਹੜੇ ਬੈਠੇ ਉਹਦੇ ਵਿੱਚ ਕਸ਼ਮੀਰ ਅਫੇਅਰਸ ਦੇ ਸਾਰੇ ਆਫਿਸਰਸ ਇਨਕਲੂਡਿੰਗ ਹੋਮ ਸੈਕਟਰੀ ਉਹ ਵੀ ਬੈਠੇ। ਬਟ ਸਾਡੀ ਇਸ ਮੀਟਿੰਗ ਦੇ ਵਿੱਚ ਅਸਾਂ ਨੇ ਪੁਰਾਣੇ ਐਕਸ ਚੇਅਰਮੈਨ ਤਰਲੋਚਨ ਸਿੰਘ ਜੀ ਨੂੰ ਵੀ ਬੁਲਾ ਲਿਆ ਐਂਡ ਆਲੂਵਾਲੀਆ ਜੀ ਵੀ ਨੂੰ ਵੀ ਬੁਲਾਇਆ ਔਰ ਉਸ ਤੋਂ ਇਲਾਵਾ ਜਿਹੜੇ ਪ੍ਰਾਈਮ ਮਿਨਿਸਟਰ ਦੇ ਇਸ ਵਕਤ ਸੈਕਟਰੀ ਨੇ, ਪ੍ਰਾਈਮ ਮਿਨਿਸਟਰ ਦੇ ਨਾਲ ਮਿਨਿਸਟਰ ਨੇ ਡਾਕਟਰ ਜਤਿੰਦਰ ਸਿੰਘ, ਉਹ ਵੀ ਉਸ ਮੀਟਿੰਗ ਦੇ ਵਿੱਚ ਲਾਸਟ ਵਿੱਚ ਆਏ। ਉਹਨਾਂ ਨੇ ਵੀ ਸਾਡੀ ਸਪੋਰਟ ਉੱਥੇ ਕੀਤੀ ਪਰ ਰਾਜਨੀਤੀ ਐਸੀ ਰਹੀ ਕਿ ਇਸ ਨੂੰ ਅੱਜ ਤੱਕ ਉਹਨਾਂ ਨੇ ਐਕਸਟੈਂਡ ਨਹੀਂ ਕੀਤਾ ਔਰ ਅਸੀਂ ਇਸੇ ਇੰਤਜ਼ਾਰ ਵੀ ਸਾਂ ਕਿਉਂਕਿ ਜੰਮੂ ਕਸ਼ਮੀਰ ਦਾ ਸਿੱਖ ਪਿਛਲੇ 30 ਸਾਲ ਦੇ ਵਿੱਚ ਜਿਹੜੀ ਮਿਲੀਟੈਂਸੀ ਰਹੀ ਉਸ ਵਿੱਚ ਇਕਨੋਮਿਕ ਤੌਰ ਤੇ ਟੋਟਲੀ ਪਿਛੜਾ ਗਿਆ ਕਿਉਂਕਿ ਸਾਡਾ 80% ਸਿੱਖ ਉਹ ਜਿਹੜਾ ਪਿੰਡਾਂ ਵਿੱਚ ਰਹਿੰਦਾ ਸੀ ਉਹ ਇਸ ਮਿਲੀਟੈਂਸੀ ਕਰਕੇ ਪਿੰਡਾਂ ਤੋਂ ਛੱਡ ਕੇ ਸ਼ਹਿਰ ਵਿੱਚ ਆ ਗਿਆ। ਉਹ ਸ਼ਹਿਰ ਵਿੱਚ ਉਸੇ ਤਰ੍ਹਾਂ ਰਿਹਾ ਜਿਸ ਤਰ੍ਹਾਂ ਕਿ ਮਾਈਨॉरिटी ਦੇ ਲੋਕ ਜੰਮੂ ਕਸ਼ਮੀਰ ਛੱਡ ਕੇ ਬਾਹਰਲੀ ਜਗ੍ਹਾ ਤੇ ਕੈਂਪਾਂ ਵਿੱਚ ਰਹੇ। ਇੱਕ ਕਮਰੇ ਵਿੱਚ ਇੱਕ ਪੂਰੀ ਫੈਮਿਲੀ ਰਹੀ ਤੇ 10 ਸਾਲ ਉਹ ਸ੍ਰੀਨਗਰ ਦੇ ਵਿੱਚ ਰਹਿਣ ਦੇ ਜਾਂ ਟਾਊਨ ਵਿੱਚ ਰਹਿਣ ਕਰਕੇ ਉਹਨਾਂ ਦੇ ਬਾਗ ਬਗੀਚੇ ਜ਼ਮੀਨਾਂ ਜਿਹੜੀਆਂ ਸਾਰੀਆਂ ਤਬਾਹ ਹੋ ਗਈਆਂ। ਉਸ ਤਬਾਹੀ ਦੇ ਨਾਲ ਫਿਰ ਇਹਨਾਂ ਦੀ ਇਕਨੋਮਿਕਲ ਕੰਡੀਸ਼ਨ ਜਿਸਲੇ ਖਤਮ ਹੋਈ ਤੇ ਅਸੀਂ ਕਿਹਾ ਕਿ ਵੀ ਸਾਨੂੰ ਮਾਈਨॉरिटी ਸਟੇਟਸ ਦਿੱਤਾ ਜਾਏ ਜਾਂ ਸਾਨੂੰ ਰਿਜ਼ਰਵੇਸ਼ਨ ਦਿੱਤੀ ਜਾਏ। ਇਹਨਾਂ ਸਾਰੇ ਪੈਕੇਜਿਸ ਸਿਰਫ ਇੱਕ ਮਾਈਨॉरिटी ਨੂੰ ਦਿੱਤੇ ਲੇਕਿਨ ਸਿੱਖ ਨੂੰ ਉਸ ਦਾਇਰੇ ਵਿੱਚ ਨਹੀਂ ਲਿਆਇਆ ਔਰ ਉਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਸੀ ਉਹ ਕਾਫੀ ਇਕਨੋਮਿਕਲ ਤੌਰ ਤੇ ਅਪਰੂਟ ਹੋ ਗਈ ਔਰ ਉਸ ਅਪਰੂਟ ਤੋਂ ਬਾਅਦ ਅੱਜ ਤੋਂ ਅਸੀਂ ਬੜਾ ਪ੍ਰੈਸ਼ਰ ਕਰਦੇ ਆਏ ਸੀ। ਸਾਨੂੰ ਕਾਫੀ ਆਸ਼ਵਾਸਨ ਵੀ ਦਿੱਤਾ ਸੀ। ਕਾਫੀ ਲੋਕਾਂ ਨੇ ਇੱਥੇ RSS ਦੇ ਬਹੁਤ ਸਾਰੇ ਜਿਹੜੇ ਲੀਡਰ ਜੰਮੂ ਕਸ਼ਮੀਰ ਦੇ ਵਿੱਚ ਘੁੰਮਦੇ ਨੇ ਉਹ ਕਸ਼ਮੀਰ ਦੀ ਰਾਜਨੀਤੀ ਦੇ ਉੱਪਰ ਇੱਕ ਬੜਾ ਫੈਸਲਾ ਲੈਂਦੇ ਨੇ। ਉਹਨਾਂ ਲੋਕਾਂ ਦੇ ਨਾਲ ਹੀ ਸਾਡਾ ਇੱਥੇ ਤਾਲਮੇਲ ਹੋਇਆ ਸੀ। ਗੱਲ ਉਹਨਾਂ ਸਾਹਮਣੇ ਵੀ ਰੱਖੀ ਜਿਸ ਵਿੱਚ ਇੰਦਰੀਸ਼ ਕੁਮਾਰ ਵੀ ਹਨ, ਉਹਨਾਂ ਨਾਲ ਵੀ ਗੱਲ ਰੱਖੀ। ਕੋਈ ਸਵਾਮੀ ਜੀ ਹੈਗੇ ਨੇ ਜਿਹੜੇ ਇੰਚਾਰਜ ਨੇ, ਉਹਨਾਂ ਨਾਲ ਵੀ ਗੱਲ ਹੋਈ। ਕਿਸੇ ਨੇ ਸਾਡੀ ਗੱਲ ਨੂੰ ਨਹੀਂ ਸੁਣਿਆ ਤੇ ਨਹੀਂ ਕੀਤਾ। ਉਸ ਦੇ ਬਜਾਏ ਉਹਨਾਂ ਨੇ ਪਹਾੜੀਆਂ ਨੂੰ ਦੇ ਦਿੱਤੀ ਹੈ ਲਿੰਗੁਇਸਟਿਕ ਹੋਰ ਕੋਸ਼ਿਸ਼ ਕਰਦੇ ਨੇ ਕਿ ਜਿੰਨੀ ਸਰਦਾਰ ਇਸ ਵਿੱਚ ਆਉਣਗੇ। ਬਟ ਪੰਜਾਬੀ ਲੈਂਗੁਏਜ ਜਿਹੜੀ ਹੈ ਸਭ ਤੋਂ ਪੁਰਾਣੀ ਲੈਂਗੁਏਜ ਹੈ। ਪਹਾੜੀ ਲੈਂਗੁਏਜ ਜਿਹੜੀ ਹੈ ਉਹ ਡਾਇਲੈਕਟ ਹੈ ਪੰਜਾਬੀ ਦੀ ਔਰ ਪੰਜਾਬੀ ਪਹਾੜੀ ਲੈਂਗੁਏਜ ਦਾ ਕੋਈ ਸਕ੍ਰਿਪਟ ਨਹੀਂ ਹੈ ਤੇ ਪੰਜਾਬੀ ਜਿਹੜੀ ਲੈਂਗੁਏਜ ਹੈ ਸਾਡੀ ਇਹ ਪਿਛਲੇ 370 ਤੋਂ ਪਹਿਲਾਂ ਜੰਮੂ ਕਸ਼ਮੀਰ ਕਨਸਟੀਟਿਊਸ਼ਨ ਦੀ ਵਨ ਆਫ ਦਾ ਰਿਕੋਗਨਾਈਜ਼ਡ ਲੈਂਗੁਏਜ ਸੀ ਅੰਡਰ ਸੈਕਸ਼ਨ 134 ਆਫ JNK ਕਨਸਟੀਟਿਊਸ਼ਨ। ਉਹਨਾਂ ਨੇ ਬਿਲਕੁਲ ਬਾਹਰ ਕੱਢ ਕੇ ਰੱਖ ਦਿੱਤਾ। ਸਰ ਉਹਨਾਂ ਨੇ ਕੋਈ ਡਿਫਾਈਨ ਕਰ ਦਿੱਤਾ ਹੈ ਜਿਸ ਤਰ੍ਹਾਂ ਉਹਨਾਂ ਨੇ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਔਰ ਪਹਾੜੀ ਬਾਕੀ ਹੋਰ ਗੁਜਰਸ ਹੋਰ ਐਕਚੁਅਲ ਲਾਈਨ ਆਫ ਕੰਟਰੋਲ ਸਾਰਿਆਂ ਨੂੰ ਇਸ ਦਾਇਰੇ ਵਿੱਚ ਲਿਆਇਆ ਔਰ
ਸਿਵਾਏ ਇਸ ਸਿੱਖ ਮਾਈਨॉरिटी ਦੇ ਮਾਈਨॉरिटी ਨੂੰ ਟੋਟਲੀ ਬਾਹਰ ਕਰ ਦਿੱਤਾ ਗਿਆ ਹੈ। ਦੇਖੋ ਸਰ, ਇਸ ਲਈ ਜਿਹੜਾ ਮਿਲੀਟੈਂਸੀ ਦੇ ਦੌਰ ਦੇ ਵਿੱਚ ਹੁਣ ਤੱਕ ਜਦ ਤੱਕ ਮਿਲੀਟੈਂਸੀ ਸੀ 2006 ਤੱਕ ਕੋਈ ਸਿੱਖ ਕਸ਼ਮੀਰ ਛੱਡ ਕੇ ਨਹੀਂ ਗਿਆ, ਜਦਕਿ ਛਿੱਟੀ ਸਿੰਘਪੁਰਾ ਦੇ ਵਿੱਚ ਜਿੰਨੇ ਨੌਜਵਾਨ ਸਨ, ਜਿਤਨੇ ਮਰਦ ਸੀਗੇ ਉਸ ਗਲਾਂ ਦੇ ਵਿੱਚ, ਉਹ 36 ਦੇ 36 ਮਾਰੇ ਗਏ। ਕੋਈ ਇਨਕੁਆਇਰੀ ਨਹੀਂ ਹੋਈ, ਲੇਕਿਨ ਕੋਈ ਸਿੱਖ ਛੱਡ ਕੇ ਨਹੀਂ ਗਿਆ ਕਸ਼ਮੀਰ ਤੋਂ। ਲੇਕਿਨ ਹੁਣ ਕਸ਼ਮੀਰ ਛੱਡਣ ਦੀ ਜਿਹੜੀ ਹੁਣ ਲੋਕ ਤਿਆਰੀ ਕਰ ਰਹੇ ਨੇ, ਉਹਦਾ ਗਰਾਊਂਡ ਸਿਰਫ ਇੱਕੋ ਹੀ ਹੈ ਕਿ ਸਾਡੇ ਬੱਚਿਆਂ ਨੂੰ ਇੱਥੇ ਕਿਸੇ ਕਿਸਮ ਦੀ ਕੋਈ ਐਸੀ ਰੋਜ਼ਗਾਰ ਜਿਹੜਾ ਨਜ਼ਰ ਨਹੀਂ ਆ ਰਿਹਾ। ਉਹ ਹੁਣ ਚਾਹੇ ਛੋਟਾ ਮੋਟਾ ਰੋਜ਼ਗਾਰ ਉਹ ਕਸ਼ਮੀਰ ਤੋਂ ਜਾ ਕੇ ਬਾਹਰ ਲੱਭਦਾ ਪਿਆ, ਤੇ ਜੇ ਉੱਥੇ ਸੈਟਲ ਹੋ ਗਿਆ ਤਾਂ ਉਹਨਾਂ ਦੇ ਨਾਲ ਮਾਪਿਓ ਵੀ ਉਹਨਾਂ ਦੇ ਚਲੇ ਜਾਣਗੇ, ਫੈਮਿਲੀ ਵੀ ਚਲੀ ਜਾਏਗੀ। ਤੇ ਹੁਣ ਤੱਕ ਮੈਨੂੰ ਇਹ ਆਈਡੀਆ ਹੈਗਾ ਕਿ ਕੋਈ 15-20 ਹਜ਼ਾਰ ਸਿੱਖ ਜਿਹੜਾ ਹੈਗਾ ਉਹ ਪਿਛਲੇ 7-8 ਸਾਲਾਂ ਵਿੱਚ ਕਸ਼ਮੀਰ ਛੱਡ ਕੇ ਜੰਮੂ ਜਾਂ ਬਾਕੀ ਹਿੱਸਿਆਂ ਵਿੱਚ ਚਲਾ ਗਿਆ ਹੈਗਾ। ਤੇ ਬਾਕੀ ਕੋਈ 15,000 ਉਹ ਸਿੱਖ ਹੈਗੇ ਨੇ ਜਿਸ ਨੂੰ ਕਹਿੰਦੇ ਸਵਿੰਡਲ ਕਰ ਰਹੇ ਨੇ। ਉਹ ਜੰਮੂ ਜਾਂਦੇ ਨੇ, ਕਸ਼ਮੀਰ ਆਉਂਦੇ ਨੇ, ਫਿਰ ਆਉਂਦੇ ਜਾਂਦੇ ਨੇ। ਤੇ ਹੋਰ ਅਗਰ ਇਸ ਤਰ੍ਹਾਂ ਦੀ ਹਾਲਤ ਬਣੇ ਰਹੇ ਤੇ ਕਸ਼ਮੀਰ ਦੇ ਵਿੱਚੋਂ 80,000 ਦੀ ਆਬਾਦੀ ਜਿਹੜੀ ਹੈ ਸਿੱਖਾਂ ਦੀ, ਉਹ ਟੋਟਲ ਛੱਡ ਕੇ ਚਲੀ ਜਾਏਗੀ। ਸਰ, ਇਹਨਾਂ ਨੇ ਉਹ ਨਹੀਂ ਰੱਖਿਆ ਦਾ, ਇਹ ਪਹਾੜੀ ਬੋਲਣ ਵਾਲੇ ਲਿੰਗੁਇਸਟਿਕ ਜਿਹੜੀ ਜ਼ਬਾਨ ਬੋਲਣ ਵਾਲੇ, ਔਰ ਜ਼ਬਾਨ ਤੇ ਸਿੱਖਾਂ ਦੀ ਜ਼ਬਾਨ ਜਿਹੜੀ ਹੈ ਪਹਾੜੀ ਤੇ ਨਹੀਂ ਹੋ ਸਕਦੀ। ਪਹਾੜ ਵਿੱਚ ਰਹਿਣ ਵਾਲੇ ਲੋਕ ਆ, ਕਸ਼ਮੀਰ ਦਾ ਰੀਜਨ ਜਿਹੜਾ ਹੈਗਾ ਉਹ ਸਾਰਾ ਪਹਾੜੀ ਹੈ। ਅਸੀਂ ਸਾਰੇ ਜੇ ਪਹਾੜੀ ਵਾਲੀ ਗੱਲ ਹੁੰਦੀ ਤੇ ਫਿਰ ਅਸੀਂ ਲੋਕ ਉਸ ਦਾਇਰੇ ਵਿੱਚ ਆ ਜਾਂਦੇ, ਲੇਕਿਨ ਇਹਨਾਂ ਨੇ ਪਹਾੜੀ ਲਿੰਗੁਇਸਟਿਕ ਕੀਤੇ ਦਾ, ਜਿਹੜੇ ਪਹਾੜੀ ਬੋਲਦੇ ਨੇ। ਪਰ ਜ਼ਬਾਨ ਸਾਡੀ ਜਿਹੜੀ ਹੈ ਉਹ ਪਹਾੜੀ ਨਹੀਂ ਹੈ, ਸਾਡੀ ਜ਼ਬਾਨ ਜਿਹੜੀ ਹੈ ਪੰਜਾਬੀ ਹੈ, ਜਿਸ ਦੀ ਸਕ੍ਰਿਪਟ ਗੁਰਮੁਖੀ ਹੈ। तो ਅਸੀਂ ਉਸ ਦਾਇਰੇ ਦੇ ਵਿੱਚ ਇਸ ਤਰ੍ਹਾਂ ਨਹੀਂ ਆ ਰਹੇ, ਲੇਕਿਨ ਕੁਝ ਲੋਕ ਸਾਜ਼ਿਸ਼ਾਂ ਕਰ ਰਹੇ ਨੇ ਸਿੱਖਾਂ ਨੂੰ ਡਿਵਾਈਡ ਕਰਨ ਦੀ। ਤੇ ਉਹ ਲੋਕ ਜਿਸ ਤਰ੍ਹਾਂ ਪੁੰਛ ਰਾਜੌਰੀ ਦਾ ਏਰੀਆ ਹੈ, ਉਹ ਉੱਥੇ ਸਿੱਖਾਂ ਨੂੰ ਵਰਗ ਲਾਉਂਦੇ ਨੇ ਕਿ ਤੁਸੀਂ ਕਹੋ ਜੀ ਅਸੀਂ ਵੀ ਪਹਾੜੀ ਬੋਲਦੇ ਹਾਂ। ਸੋ ਐਸੀ ਕੋਈ ਗੱਲ ਨਹੀਂ। ਸਿੱਖਾਂ ਦੀ ਜਿਹੜੀ ਜ਼ਬਾਨ ਜਿਹੜੀ ਹੈ ਉਹ ਪੰਜਾਬੀ ਹੈ, ਔਰ ਪੰਜਾਬੀ ਦਾ ਸਕ੍ਰਿਪਟ ਗੁਰਮੁਖੀ ਹੈ। ਤੇ ਇਹ ਜਿਹੜੀ ਜ਼ਬਾਨ ਜਿਹੜਾ ਪਹਾੜੀ ਦੀ ਗੱਲ ਕਰਦੇ ਅਸੀਂ ਉਸ ਦਾਇਰੇ ਵਿੱਚ ਨਹੀਂ ਆਉਂਦੇ, ਔਰ ਸਾਨੂੰ ਉਸ ਤੋਂ ਬਾਹਰ ਕੀਤਾ ਗਿਆ। ਆਹੋ ਜੀ, ਪਹਾੜੀ ਦਾ ਤਾਂ ਚੱਲ ਰਿਹਾ। ਪਹਾੜੀ ਇੱਥੇ ਗੌਰਮੈਂਟ ਨੇ ਪਹਾੜੀਆਂ ਨੂੰ ਇੱਕ 4% ਰਿਜ਼ਰਵੇਸ਼ਨ ਦਿੱਤੀ ਹੈ। ਹਾਂ, ਉਹਦਾ ਹੋਇਆ ਤੇ ਲੋਕ ਜਿਹੜੇ ਨੇ ਉਸ ਪਾਸੇ ਟੈਂਪਟਡ ਹੋਏ ਨੇ। ਲੇਕਿਨ ਇਹ ਹੈ ਕਿ ਸਾਡਾ ਜਿਹੜਾ ਮੁੱਦਾ, ਸਾਡਾ ਤਾਂ ਆਪਣੀ ਭਾਸ਼ਾ ਜਿਹੜੀ ਹੈ ਸਾਡੀ ਪੰਜਾਬੀ ਹੈ। ਅਸੀਂ ਪੰਜਾਬੀ ਦੇਰ ਤੋਂ ਇੱਥੇ ਵਸਦੇ ਹਾਂ, ਪੰਜਾਬੀ ਸਾਡੀ ਜ਼ੁਬਾਨ ਹੈ, ਸਾਡੀ ਪਹਿਚਾਣ ਹੈ। ਤੇ ਮੈਂ ਸਮਝਦਾ ਕਿ ਜਿਹੜੇ ਲੋਕ ਪਹਾੜੀ ਵੱਲ ਆਕਰਸ਼ਿਤ ਹੋਏ ਨੇ, ਥੋੜ੍ਹੀ ਜਿਹੀ 4% ਦਾ ਉਹਨਾਂ ਨੂੰ ਦੱਸਿਆ ਕਿ ਤੁਹਾਡੀਆਂ ਨੌਕਰੀਆਂ ਵਿੱਚ ਜਾਂ ਤੁਹਾਡੀਆਂ ਜਿਹੜੀਆਂ ਕਾਲਜਾਂ ਵਿੱਚ ਐਡਮਿਸ਼ਨ ਵਗੈਰਾ ਵਿੱਚ ਤੁਹਾਨੂੰ ਉਹਦਾ ਬੈਨੀਫਿਟ ਮਿਲੇਗਾ। ਉਹਦੇ ਵਾਸਤੇ ਪੈਸੇ ਵੀ ਵਾਸਤੇ ਆਕਰਸ਼ਿਤ ਹੋ ਜਾਂਦੇ ਨੇ। ਲੇਕਿਨ ਸਾਡਾ ਜਿਹੜਾ ਆਪਣਾ ਵਿਰਸਾ ਵਿਰਾਸਤ ਹੈ ਸਾਡੀ ਪੁਰਾਣੀ ਹੈ ਜੀ, ਸੈਂਚੁਰੀਜ਼ ਓਲਡ ਹੈ ਸਾਡੀ ਪੰਜਾਬੀ। ਇੱਥੇ ਸਟੇਟ ਦੇ ਵਿੱਚ ਜੰਮੂ ਕਸ਼ਮੀਰ ਵਿੱਚ ਤਕਰੀਬਨ 100 ਸਾਲ ਪਹਿਲਾਂ ਇੱਥੇ ਆਫੀਸ਼ੀਅਲੀ ਲਾਗੂ ਹੋਈ ਸੀ ਸਕੂਲਾਂ ਵਿੱਚ ਪੰਜਾਬੀ। ਪਿਛਲੇ 100 ਸਾਲ ਤੋਂ ਇਹ ਸਾਡੀ ਜ਼ੁਬਾਨ ਜਿਹੜੀ ਹੈ ਇੱਥੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਹਾਂਜੀ, ਦੂਜੀ ਗੱਲ ਇਹ ਹੈ ਕਿ ਬਹੁਤ ਸਾਰਾ ਸਾਡਾ ਪੰਜਾਬੀ ਦਾ ਲਿਟਰੇਚਰ, ਸਾਡੀ ਪੰਜਾਬੀ ਦੀ ਰਿਕੋਗਨੀਸ਼ਨ ਇੱਥੇ ਬਾਕਾਇਦਾ ਹੈ। ਰੇਡੀਓ, TV, ਪੰਜਾਬੀ ਦਾ ਆਪਣਾ ਸੈਕਸ਼ਨ ਹੈ ਇੱਥੇ ਕਲਚਰਲ ਅਕੈਡਮੀ ਦੇ ਅੰਦਰ। ਤੇ ਸਾਡੀ ਯੂਨੀਵਰਸਿਟੀ ਇੱਥੇ ਜਿਹੜੀ ਜੰਮੂ ਦੀ, ਉਸ ਵਿੱਚ ਪੰਜਾਬੀ ਵਿਭਾਗ ਹੈ। ਤੇ ਹੁਣ ਅਸੀਂ ਐਸੀ ਜ਼ੁਬਾਨ ਵੱਲ ਆਕਰਸ਼ਿਤ ਹੁੰਦੇ ਹਾਂ ਜਿਹੜੀ ਆਪਣੇ ਆਪ ਵਿੱਚ ਕੋਈ ਭਾਸ਼ਾ ਹੀ ਨਹੀਂ, ਕੋਈ ਜ਼ੁਬਾਨ ਨਹੀਂ। ਹਾਂਜੀ, ਇਹ ਪੰਜਾਬੀ ਦੀ ਇੱਕ ਸਬ ਡਾਇਲੈਕਟ ਹੈ, ਪੰਜਾਬੀ ਦੀ ਇੱਕ ਸ਼ੌਕ ਹੈ, ਸਮਝੋ ਤੁਸੀਂ। ਹੈ ਜੀ, ਇਹਨਾਂ ਦਾ ਕੋਈ ਸਕ੍ਰਿਪਟ ਨਹੀਂ ਹੈ, ਇਹਨਾਂ ਦਾ ਕੋਈ ਆਪਣਾ ਬੇਸ ਨਹੀਂ ਹੈ। ਮੈਂ ਸਮਝ ਪਾ ਰਹੀ ਹਾਂ ਇਹਨਾਂ ਦਾ ਕੋਈ ਆਧਾਰ ਬਣਦਾ ਨਹੀਂ। ਉਹਨਾਂ ਨੇ ਦੇਖੋ ਜੀ, ਗੱਲ ਇਹ ਹੈ ਕਿ ਇਹ ਇੱਥੇ ਪੰਜਾਬੀ 1947 ਤੋਂ ਪਹਿਲਾਂ ਨਾ ਜਿਹੜੀ ਸੈਂਸਸ ਹੋਈ ਸੀ, 41 ਦੀ ਸੈਂਸਸ ਜਿਹੜੀ ਇੱਥੋਂ ਦੀ ਹੈ, ਉਹਦੇ ਮੁਤਾਬਕ ਕਸ਼ਮੀਰੀ ਤੋਂ ਬਾਅਦ, ਕਸ਼ਮੀਰੀ ਲੈਂਗੁਏਜ ਤੋਂ ਬਾਅਦ ਸਭ ਤੋਂ ਵੱਡੀ ਜ਼ੁਬਾਨ ਜਿਹੜੀ ਸਟੇਟ ਦੀ ਸੀ ਉਹ ਪੰਜਾਬੀ ਸੀ। ਤੁਸੀਂ ਇੱਥੋਂ ਅੰਦਾਜ਼ਾ ਲਗਾਓ, 41 ਦੀ ਸੈਂਸਸ ਦੇ ਮੁਤਾਬਕ ਦੂਜੀ ਵੱਡੀ ਜ਼ੁਬਾਨ ਸਾਡੀ ਇਸ ਜੰਮੂ ਕਸ਼ਮੀਰ ਸਟੇਟ ਦੀ ਜ਼ੁਬਾਨ ਸੀ ਪੰਜਾਬੀ। ਫਿਰ ਇਹਦੇ ਵਿੱਚ ਹੁਣ ਸਿਆਸਤ ਕਿਉਂਕਿ ਆ ਗਈ, ਰਾਜਨੀਤੀ ਆ ਗਈ, ਸਮੀਕਰਨ ਬਦਲ ਗਏ, ਕੁਝ ਹਿੱਸਾ ਉੱਧਰ ਰਹਿ ਗਿਆ ਪਾਕਿਸਤਾਨ ਵੱਲ, ਕੁਝ ਇੱਧਰ ਰਹਿ ਗਿਆ। ਤੇ ਇਹ ਹੁਣ ਵੀ ਪੰਜਾਬੀ ਦੇ ਨਾਲ ਬੜਾ ਅਨਿਆਏ ਹੋਇਆ। ਡੋਗਰੀ ਵਾਲੇ ਅਲੱਗ ਹੋ ਗਏ, ਉਹਨਾਂ ਨੇ ਡੋਗਰੀ ਆਪਣੀ ਜ਼ੁਬਾਨ ਜੰਮੂ ਨੇ ਰਿਕੋਗਨੀਸ਼ਨ ਕਰਵਾ ਲਈ। ਗੋਜਰੀ ਨੇ, ਗੁੱਜਰ ਲੋਕ ਨੇ ਇੱਥੇ ਕਾਫੀ ਸੰਖਿਆ ਦੇ ਵਿੱਚ, ਉਹਨਾਂ ਦੇ ਵਾਸਤੇ ਗੋਜਰੀ ਬਣ ਗਈ। ਹਾਲਾਂਕਿ ਗੋਜਰੀ ਦਾ ਵੀ
ਉਹ ਵੀ ਸਭ ਡਾਇਲੈਕਟ ਹੈ ਪੰਜਾਬੀ ਦਾ ਹੀ। ਹੁਣ ਪਹਾੜੀਆਂ ਨੇ ਦੇਖਿਆ ਕਿ ਵੀ ਇਸ ਤਰ੍ਹਾਂ ਦੇ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੂੰ ਵੀ ਦੇ ਦਿੱਤਾ। ਇਹ ਐਕਚੁਅਲੀ ਕੋਈ ਸਿਆਸੀ ਰੰਗਤ ਵਿੱਚ ਫੈਸਲੇ ਹੋਏ ਨੇ, ਲੇਕਿਨ ਸਾਡਾ ਉੱਥੇ ਇਹ ਬਣਦਾ ਨਹੀਂ। ਸਾਡਾ ਫਿਊਚਰ ਜਿਹੜਾ ਦੇਖੋ, ਸਾਡੀ ਆਪਣੀ ਜ਼ੁਬਾਨ ਹੈ, ਆਪਣੀ ਪਹਿਚਾਣ ਹੈ, ਤੇ ਅਸੀਂ ਸਮਝਦੇ ਹਾਂ ਰਿਜ਼ਰਵੇਸ਼ਨ ਸਾਨੂੰ ਵੀ ਮਿਲਣੀ ਚਾਹੀਦੀ ਹੈ। ਇੱਕ ਜਿਹੜੇ ਇੱਥੇ ਦੇ ਮਾਈਨੋਰਟੀ ਵਿੱਚ ਨੇ, ਵੀ ਵਾਂਟ ਰਿਜ਼ਰਵੇਸ਼ਨ। ਅਗਰ 4% ਤੁਸੀਂ ਪਹਾੜੀਆਂ ਨੂੰ ਦਿੱਤੀ ਹੈ ਇਹਨਾਂ ਨੇ, ਤੇ ਸਾਡੀ ਰਿਜ਼ਰਵੇਸ਼ਨ ਦੀ ਮੰਗ ਵੀ ਬੜੀ ਪੁਰਾਣੀ ਹੈ। ਸਾਨੂੰ ਵੀ ਐਸੇ ਮਾਈਨੋਰਟੀ ਨਾ ਤੇ ਮਾਈਨੋਰਟੀ ਸਟੈਟਸ ਦਾ ਕੁਝ ਇਹਨਾਂ ਨੇ ਦਿੱਤਾ ਇੱਥੇ। ਦੇਖੋ ਸਾਰੇ ਬਾਕੀ ਜਗ੍ਹਾ ਤੇ ਅਦਰ ਦੈਨ ਪੰਜਾਬ ਸਿੱਖ ਮਾਈਨੋਰਟੀ ਵਿੱਚ ਜਿੱਥੇ ਵੀ ਹੈ ਉਹਨੂੰ ਉਹ ਬੈਨੀਫਿਟ ਮਾਈਨੋਰਟੀ ਦੇ ਮਿਲ ਰਹੇ ਨੇ ਕਿਤੇ ਕਿਤੇ, ਲੇਕਿਨ ਸਾਡੇ ਜੰਮੂ ਕਸ਼ਮੀਰ ਵਿੱਚ ਮਿਲਿਆ ਹੀ ਨਹੀਂ। ਸਾਡੀ ਉਹ ਡਿਮਾਂਡ ਵੱਖਰੀ ਹੈ, ਉਸ ਵਾਸਤੇ ਅਸੀਂ ਫਾਈਟ ਵੀ ਕਰਦੇ ਹਾਂ। ਲੇਕਿਨ ਅੱਜ ਦੇ ਜਿਹੜੇ ਹੁਣ ਇਸ ਵਿੱਚ ਇਹ ਕਹਿ ਦੇਣਾ ਕਿ ਸਾਡੀ ਪੰਜਾਬੀ ਨਹੀਂ ਹੈ ਜ਼ੁਬਾਨ ਦੀ, ਸਾਡੀ ਪਹਾੜੀ ਹੈ, ਮੈਂ ਸਮਝਦਾ ਇਹ ਬੜਾ ਉਤਾਵਲਾ ਜਿਹਾ ਕੰਮ ਹੈ। ਲੋਕਾਂ ਦਾ ਪਤਾ ਨਹੀਂ ਕੀ ਸੋਚ ਕੇ ਕਿਸ ਤਰ੍ਹਾਂ ਜੋ ਕਰ ਰਹੇ ਨੇ। ਦੇਖੋ ਜੀ, ਜਿਹੜਾ ਤੇ ਕਸ਼ਮੀਰ ਦੀ ਸਮੱਸਿਆ ਦੀ ਵਜ੍ਹਾ ਨਾਲ ਸਾਡਾ ਬਣਿਆ ਸੀ ਨਾ, ਸਾਨੂੰ ਕਾਫੀ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪਿਆ ਪਿਛਲੇ 30 ਸਾਲਾਂ ਤੋਂ। ਤੇ ਲੇਕਿਨ ਅਸੀਂ ਆਪਣੀ ਭਾਸ਼ਾ, ਆਪਣੀ ਪਹਿਚਾਣ, ਆਪਣਾ ਜਿਹੜਾ ਸਾਡਾ ਰਿਲੀਜੀਅਸ ਵੀ ਸਾਡੇ ਜਿਹੜੇ ਫਰਜ਼ ਨੇ ਉਹ ਠੀਕ ਤਰ੍ਹਾਂ ਨਿਭਦੇ ਰਹੇ ਨੇ, ਅਸੀਂ ਨਿਭਾਉਂਦੇ ਰਹੇ ਹਾਂ, ਕੋਈ ਐਸੀ ਗੱਲ ਨਹੀਂ ਹੋਈ। ਤੇ ਲੇਕਿਨ ਅੱਜ ਇਹ ਜਿਹੜਾ ਥੋੜਾ ਜਿਹਾ ਇਹਨਾਂ ਦੇ ਵੱਲ ਆਕਰਸ਼ਿਤ ਹੋ ਰਹੇ, ਕਿਉਂਕਿ ਸੁਣਦੇ ਹਾਂ ਅਸੀਂ ਹੁਣ, ਕਿਉਂਕਿ ਕਰੋਨਾ ਵਾਇਰਸ ਇਸ ਦੇ ਕਰਕੇ, ਲਾਕਡਾਊਨ ਦੇ ਕਰਕੇ ਸਾਰੇ ਘਰਾਂ ਦੇ ਵਿੱਚ ਨੇ, ਕੋਈ ਬਾਹਰ ਇਸ ਤਰ੍ਹਾਂ ਨਿਕਲ ਨਹੀਂ ਸਕਿਆ, ਤੇ ਨਾ ਹੀ ਸਾਡੇ ਕੋਲ ਕੋਈ ਉਹ ਡਾਟਾ ਆਇਆ ਕਿ ਕਿਸ ਹੱਦ ਤੱਕ ਇਹਨਾਂ ਨਿਕਲ। ਮੰਗ ਉੱਠ ਰਹੀ ਹੈ, ਮਤਲਬ ਕੁਝ ਨੌਜਵਾਨ ਸਾਡੇ ਇਹ ਕਹਿ ਰਹੇ ਨੇ ਕਿ ਸਾਨੂੰ, ਅਸੀਂ ਘਰਾਂ ਵਿੱਚ ਬੋਲਦੇ ਹਾਂ। ਦੇਖੋ ਜੀ, ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਲਹਿੰਦੀ ਪੰਜਾਬੀ ਸੀ ਜਿਹੜੀ ਪਠਵਾਰ ਦੇ ਇਲਾਕੇ ਵਿੱਚ ਬੋਲੀ ਜਾਂਦੀ ਸੀ, ਹੈ ਜੀ। ਤੇ ਇਸੇ ਤਰ੍ਹਾਂ ਮਾਝੇ ਦੀ ਮਾਲਵੇ ਦੇ ਨਾਲ ਨਹੀਂ ਮੇਲ ਖਾਂਦੀ। ਇਸ ਤਰ੍ਹਾਂ ਕੁਝ ਇਲਾਕਿਆਂ ਦੇ ਹਿਸਾਬ ਨਾਲ ਵੀ ਭਾਸ਼ਾ ਦੇ ਉੱਤੇ ਅਸਰ ਪੈਂਦਾ ਹੈ। ਉਹ ਅਸੀਂ ਘਰਾਂ 'ਚ ਅਗਰ ਉਸ ਕਿਸਮ ਦੇ ਬੋਲਦੇ ਹਾਂ, ਲੇਕਿਨ ਮੇਨ ਸੋਰਸ ਜਿਹੜਾ ਉਹ ਪੰਜਾਬੀ ਹੈ। ਅਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਨਹੀਂ ਜੀ ਪੰਜਾਬੀ ਨੂੰ ਛੱਡ ਕੇ ਅਸੀਂ ਪਹਾੜੀ ਨੂੰ ਪਹਾੜੀ ਜ਼ੁਬਾਨ ਨੂੰ ਅਡਾਪਟ ਕਰੀਏ? ਇਸ ਦਾ ਕੋਈ ਆਧਾਰ ਹੀ ਨਹੀਂ, ਜਿਹੜੀ ਰਿਕੋਗਨਾਈਜ਼ਡ ਨਹੀਂ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ, ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।